ਸਤਨਾਮ ਸ਼੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਪ੍ਰਿਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਰਕਤ ਬਿੰਦ ਕੀ ਦੇਹ ਰਚ, ਪਾਂਚ ਤਤ ਕੀ ਜੜਤ ਜੜਾਈ। ਪੌਣ ਪਾਣੀ ਪੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ। ਪੰਚਮ ਵਿੱਚ ਆਕਾਸ ਕਰ, ਕਰਤਾ ਛਟਮ ਅਦਿਸ਼ਟ ਸਮਾਈ। ਪੰਚ ਤਤ 25 ਗੁਣ, ਸਤਰ ਮਿੱਤਰ ਮਿਲ ਦੇਹ ਬਣਾਈ। ਖਾਣੀ ਬਾਣੀ ਚਲਿਤ ਕਰ, ਆਵਾ ਗਾਉਣ ਚਰਿਤਰ ਦੇਸਾਈ। 84 ਲੱਖ ਜੋਨ ਉਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਰੀਬ ਨਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ, ਜੋ ਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ। ਸੋ ਕੱਲ੍ਹ ਦੇ ਦੀਵਾਨਾਂ ਵਿੱਚ ਗੁਰੂ ਕਿਰਪਾ ਸਦਕਾ ਪਹਿਲੀ ਵਾਰ ਦੀ ਪਹਿਲੀ ਪੌੜੀ ਆਪਾਂ ਸਰਵਣ ਕੀਤੀ ਹੈ। ਸੋ ਅੱਜ ਦੂਸਰੀ ਪੌੜੀ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਅਰਦਾਸ ਕਰੋ ਗਰੀਬ ਨਵਾਜ ਪਾਤਸ਼ਾਹ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦੇ ਕਰਕੇ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕੇ, ਆਪਣੇ ਇਸ ਪਿਆਰੇ ਸੇਵਕ ਦੇ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਭਾਈ ਸਾਹਿਬ ਦੀ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਸਮਰੱਥਾ ਦੇਵਨ। ਸੋ ਆਓ ਪ੍ਰਾਰੰਭਤਾ ਕਰਦੇ ਹਾਂ। ਇੱਕ ਦਫਾ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਪ੍ਰਿਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਸੋ ਪਹਿਲੀ ਵਾਰ ਦੀ ਦੂਸਰੀ ਪਾਵਨ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਇਸ ਧਰਤੀ ਦੀ ਉਤਪਤੀ, ਇਹ ਸਮੁੱਚਾ ਬ੍ਰਹਿਮੰਡ ਦਾ ਪਸਾਰਾ ਉਸ ਅਕਾਲ ਪੁਰਖ ਪਰਮੇਸ਼ਰ ਨੇ ਕੀਤਾ ਹੈ। ਪਰ ਇਸ ਪਸਾਰੇ ਤੋਂ ਪਹਿਲਾਂ ਕੀ ਹੈ? ਕਿਉਂਕਿ ਇਸ ਪਸਾਰੇ ਤੋਂ ਪਹਿਲਾਂ ਜਦੋਂ ਸੰਸਾਰ ਦੀ ਹੋਂਦ ਦੇਖਦੇ ਹਾਂ, ਇੱਥੇ ਕੁਝ ਵੀ ਨਹੀਂ ਹੈ। ਪਰ ਅਕਾਲ ਪੁਰਖ ਪਰਮੇਸ਼ਰ ਦੀ ਹੋਂਦ ਉਸ ਦਿਨ ਵੀ ਹੈ, ਜਿਹਨੂੰ ਗੁਰੂ ਕੀ ਬਾਣੀ ਅੰਦਰ ਪ੍ਰਾਰੰਭਤਾ ਕਰਦੇ ਆਪਾਂ ਬਚਨ ਪੜ੍ਹਦੇ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿਉਂ ਕਰਤਾ ਅਕਾਲ ਪੁਰਖ ਪਰਮੇਸ਼ਰ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਕਰਤਾ ਪਰਮੇਸ਼ਰ ਜਿਹੜਾ ਹੈ, ਸ੍ਰਿਸ਼ਟੀ ਦੇ ਆਦ ਵਿੱਚ, ਮੱਧ ਵਿੱਚ, ਅੰਤ ਵਿੱਚ ਵੀ ਜਿਸ ਦਿਨ ਇਹ ਮਹਾਪਰਲੋ ਦੀ ਭੇਟ ਚੜ੍ਹੇਗੀ, ਉਸ ਦਿਨ ਵੀ ਉਹ ਕਰਤਾ ਅਕਾਲ ਪੁਰਖ ਇਸੇ ਤਰ੍ਹਾਂ ਪਰਿਪੂਰਨ ਵਿਆਪਕ ਰਹੇਗਾ। ਜਿਹਨੂੰ ਵਚਨ ਪੜ੍ਹਦੇ ਹਾਂ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਸੋ ਭਾਈ ਸਾਹਿਬ ਜੀ ਪ੍ਰਾਰੰਭਤਾ ਕਰਦੇ ਨੇ, ਪ੍ਰਿਥਮੈ ਸਾਸ ਨਾ ਮਾਸ ਸਨ, ਭਾਵ ਕਿ ਪਹਿਲਾ ਪਹਿਲ ਇਸ ਸ੍ਰਿਸ਼ਟੀ ਦੇ ਅੰਦਰ ਜਦੋਂ ਸਾਹ ਤੇ ਮਾਸ ਕੁਝ ਵੀ ਨਹੀਂ ਸੀ। ਨਾ ਤਾਂ ਆ ਮਾਸ ਸੀ ਜੋ ਸਾਡੇ ਸਰੀਰਾਂ ਦੇ ਉੱਪਰ ਹੈ, ਨਾ ਇਹ ਜਿਹੜੇ ਅਸੀਂ ਸਰੀਰ ਦੇ ਵਿੱਚ ਸਾਹ ਲੈਂਦੇ ਪਏ ਹਾਂ, ਇਹ ਸਾਹ ਵੀ ਉਦੋਂ ਨਹੀਂ ਸਨ ਜਦੋਂ ਸਰੀਰ ਨਹੀਂ ਸੀ। ਫਿਰ ਸਾਹ ਕਿੱਦਾਂ ਹੋਵਣ? ਅੰਧ ਧੁੰਦ ਕਛ ਖਬਰ ਨਾ ਪਾਈ, ਸਾਰੇ ਪਾਸੇ ਕੇਵਲ ਘੁੱਪ ਹਨੇਰ ਸੀ। ਕੋਈ ਵੀ ਖਬਰ ਜਿਹੜੀ ਸੀ ਕਿਸੇ ਪਾਸੇ ਦੀ ਕੋਈ ਸੋਝੀ ਨਹੀਂ ਸੀ ਪੈਂਦੀ। ਜਿਹਨੂੰ ਬਾਣੀ ਅੰਦਰ ਬਚਨ ਪੜ੍ਹਦੇ ਹੋ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਸੋ ਇਸ ਤਰ੍ਹਾਂ ਸਾਰੇ ਪਾਸੇ ਕੇਵਲ ਹਨੇਰਾ ਹੀ ਹਨੇਰਾ ਹੈ। ਤਾਂ ਭਾਈ ਸਾਹਿਬ ਕਹਿੰਦੇ ਅੰਧ ਧੁੰਦ, ਸਾਰੇ ਪਾਸੇ ਕੇਵਲ ਅੰਧਕਾਰ ਹੈ। ਕਛ ਖਬਰ ਨਾ ਪਾਈ, ਕੋਈ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ। ਪਰ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੇ ਕੀ ਕੀਤਾ ਹੈ? ਰਕਤ ਬਿੰਦ ਕੀ ਦੇਹ ਰਚ,
पांच तत्त की जड़त जड़ाई, उस करता काल पुरख परमेश्वर ने रकत बेंद की। माँ ਦੇ ਖੂਨ ਤੋਂ ਅਤੇ ਪਿਤਾ ਦੇ ਬਿੰਦ ਤੋਂ ਦੇਹ ਰਚ ਇਹ ਸੋਹਣੀ ਕਾਇਆ ਜਿਹੜੀ ਸੀ, ਇਹ ਸੋਹਣੀ ਦੇਹੀ ਜਿਹੜੀ ਇਹਨੂੰ ਰਚਿਆ ਤੇ ਕੀ ਕੀਤਾ, ਪੰਜ ਤੱਤ ਕੀ ਜੜਤ ਜੜਾਈ, ਪੰਜ ਤੱਤ ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਜੜਿਆ ਸਰੀਰ ਦੇ ਵਿੱਚ। ਕਿਉਂਕਿ ਸਾਡੇ ਸਰੀਰ ਅੰਦਰ ਪੰਜ ਤੱਤ ਹਨ। ਹਰ ਇੱਕ ਮਨੁੱਖ ਜਿਹੜਾ ਹੈ ਇਸ ਗੱਲ ਨੂੰ ਬੜੀ ਭਲੀ ਪ੍ਰਕਾਰ ਜਾਣਦਾ ਹੈ। ਇਹ ਸਾਰੀ ਸ੍ਰਿਸ਼ਟੀ ਜਿਹੜੀ ਪੰਜ ਤੱਤ ਕੋ ਤਨ ਰਚਿਓ, ਕਰਤਾ ਕਾਲ ਪੁਰਖ ਪਰਮੇਸ਼ਰ ਨੇ ਪੰਜ ਤੱਤਾਂ ਦਾ ਸਰੀਰ ਰਚਿਆ। ਫਿਰ ਕੋਈ ਛੇਵਾਂ ਐਸਾ ਨਹੀਂ ਹੈ, ਭਾਵ ਕਿਸੇ ਦੇ ਸਰੀਰ 'ਚ ਤੱਤ ਦੇ ਰੂਪ ਵਿੱਚ ਕੋਈ ਛੇਵਾਂ ਤੱਤ ਉਹਨੇ ਨਹੀਂ ਪਾਇਆ। ਨਾ ਕਿਸੇ ਦਾ ਸਰੀਰ ਜਿਹੜਾ ਉਹ ਚਾਰ ਤੱਤਾਂ ਦਾ ਬਣਿਆ, ਨਾ ਛੇ ਦਾ। ਹਾਂ, ਇੱਕ ਹੈ ਕਿ ਛੇਵੀਂ ਥਾਂ ਦੇ ਉੱਤੇ ਇੱਕ ਜ਼ਿਕਰ ਭਾਈ ਸਾਹਿਬ ਜ਼ਰੂਰ ਕਰਨਗੇ, ਪਰ ਪਹਿਲਾਂ ਕਹਿੰਦੇ ਪੰਜ ਤੱਤ ਕੀ ਜੜਤ ਜੜਾਈ, ਉਸ ਕਰਤਾ ਕਾਲ ਪੁਰਖ ਨੇ ਪੰਜੇ ਤੱਤਾਂ ਦੀ ਜੜਤ ਜਿਹੜੀ ਸੀ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਜੜਾਈ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਜੜਦੇ ਹਾਂ, ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਸੁਨਾਰ ਜਿਹੜਾ ਹੈ ਉਹ ਕੁਝ ਬਣਾਉਂਦਾ ਹੈ ਤੇ ਉਹ ਕਹਿੰਦਾ ਮੈਂ ਇਹਦੇ 'ਚ ਹੀਰੇ ਜੜੇ ਨੇ, ਭਾਵ ਕਿ ਜੜ ਦਿੱਤਾ ਜਾਣਾ ਕਿਸੇ ਚੀਜ਼ ਨੂੰ, ਕਿਸੇ ਮੇਖ ਨੂੰ ਜੜ ਦਿੱਤਾ ਜਾਂਦਾ ਹੈ, ਕਿਤੇ ਹੀਰੇ ਜੜ ਦਿੱਤੇ ਜਾਂਦੇ ਨੇ, ਕਿਤੇ ਮੋਤੀ ਜੜੇ ਜਾਂਦੇ ਨੇ। ਸੋ ਇਸ ਤਰ੍ਹਾਂ ਉਸ ਪਰਮੇਸ਼ਰ ਨੇ ਇਹ ਪੰਜ ਤੱਤ ਜਿਹੜੇ ਸਾਡੇ ਸਰੀਰ 'ਚ ਜੜੇ ਨੇ, ਟਿਕਾਏ ਨੇ ਥਾਂ ਥਾਂ। ਉਹ ਕਿਹੜੇ ਹਨ ਤਾਂ ਜ਼ਿਕਰ ਕਰਦੇ ਆ, ਕਹਿੰਦੇ ਪਾਉਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ। ਸਭ ਤੋਂ ਪਹਿਲਾਂ ਪਾਉਣ ਭਾਵ ਹਵਾ ਹੈ, ਉਸ ਤੋਂ ਬਾਅਦ ਫਿਰ ਪਾਣੀ ਹੈ, ਫਿਰ ਬੈ ਸੰਤਰੋ ਭਾਵ ਕਿ ਅੱਗ, ਫਿਰ ਚੌਥੀ ਧਰਤੀ ਸੰਗ ਮਿਲਾਈ। ਇਹਨਾਂ ਦੇ ਵਿੱਚ ਚੌਥਾ ਤੱਤ ਜਿਹੜਾ ਸੀ ਉਹ ਧਰਤੀ, ਆ ਜਿਹੜੀ ਮਿੱਟੀ ਹੈ, ਮਿੱਟੀ ਦਾ ਤੱਤ ਹੈ ਸਾਡੇ ਸਰੀਰ ਦੇ ਅੰਦਰ। ਸੋ ਪਾਣੀ ਹੈ, ਪਾਉਣ ਹੈ, ਅੱਗ ਹੈ ਅਤੇ ਚੌਥੀ ਧਰਤੀ ਸੰਗ ਮਿਲਾ ਕਰਕੇ ਪੰਚਮ ਵਿੱਚ ਆਕਾਸ਼ ਕਰ, ਕਰਤਾ ਛਟਮ ਅਦਿਸ਼ਟ ਸਮਾਈ। ਅਤੇ ਪੰਜਵਾਂ ਤੱਤ ਜਿਹੜਾ ਸੀ ਉਹ ਆਕਾਸ਼ ਰੂਪੀ ਤੱਤ ਜਿਹੜਾ ਹੈ ਉਹ ਜੜ ਕਰਕੇ ਇਹਨਾਂ ਪੰਜਾਂ ਨੂੰ ਇੱਕ ਥਾਂ ਦੇ ਉੱਤੇ ਟਿਕਾ ਕਰਕੇ ਇਹ ਸਾਡੀ ਸੋਹਣੀ ਕਾਇਆ, ਇਹ ਮਨੁੱਖਾ ਸਰੀਰ ਜਿਹੜਾ ਹੈ ਉਸ ਕਰਤਾ ਪਰਮੇਸ਼ਰ ਨੇ ਤਿਆਰ ਕੀਤਾ। ਕਰਨ ਤੋਂ ਬਾਅਦ ਕਰਤਾ ਛਟਮ ਅਦਿਸ਼ਟ ਸਮਾਈ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਛੇਵੀਂ ਥਾਂ ਦੇ ਉੱਤੇ ਆਪ ਆ ਕਰਕੇ ਅਦਿਸ਼ਟ ਰੂਪ ਦੇ ਵਿੱਚ ਹੋ ਕਰਕੇ ਇਹਨਾਂ ਪੰਜ ਤੱਤਾਂ ਵਿੱਚ ਸਮਾ ਗਿਆ। ਕਿਉਂਕਿ ਪੰਜ ਤੱਤ ਜਿਹੜੇ ਨੇ ਉਹ ਦ੍ਰਿਸ਼ਟ ਹਨ, ਉਹ ਦਿਸਦੇ ਨੇ, ਪਤਾ ਚੱਲਦਾ ਉਹਨਾਂ ਦਾ। ਹਾਲਾਂਕਿ ਆਕਾਸ਼ ਦਿਸੇਗਾ ਨਹੀਂ, ਪਰ ਆਕਾਸ਼ ਦਾ ਪਤਾ ਜ਼ਰੂਰ ਲੱਗੇਗਾ। ਪਰ ਛੇਵੀਂ ਥਾਂ ਦੇ ਉੱਤੇ ਕਰਤਾ ਪਰਮੇਸ਼ਰ ਜਿਹੜਾ ਅਦ੍ਰਿਸ਼ਟ ਰੂਪ ਦੇ ਅੰਦਰ ਆਪਣੇ ਸਾਰਿਆਂ ਦੇ ਸਰੀਰ ਵਿੱਚ ਉਹ ਹੈ, ਪਰ ਉਹ ਦਿਖਾਈ ਨਹੀਂ ਦਿੱਤਾ ਕਦੀ। ਉਹ ਜੋਤ ਰੂਪ ਹੋ ਕਰਕੇ ਸਾਡੇ ਅੰਦਰ ਟਿਕਿਆ ਹੈ। ਕਮਾਲ ਦੀ ਬਾਤ ਹੈ, ਮਾਂ ਦੇ ਗਰਭ ਦੇ ਅੰਦਰ ਇੱਕ ਬੱਚੇ ਨੇ ਜਨਮ ਲਿਆ ਹੈ। ਕਿਸ ਦਿਨ ਉਹਨੇ ਜਨਮ ਲਿਆ ਇਸ ਗੱਲ ਦਾ ਅੱਜ ਤੱਕ ਮਾਂ ਨੂੰ ਪਤਾ ਨਾ ਲੱਗ ਸਕਾ, ਇਸ ਗੱਲ ਦਾ ਕਿਸੇ ਡਾਕਟਰ ਨੂੰ ਪਤਾ ਨਾ ਲੱਗ ਸਕਿਆ, ਕਿਸੇ ਸਾਇੰਸ ਨੂੰ ਪਤਾ ਨਾ ਲੱਗ ਸਕਿਆ। ਕਿਉਂਕਿ ਅਸਲ ਜਨਮ ਤੇ ਉਹੀ ਹੈ ਜਦੋਂ ਸਾਹ ਲੈਣਾ ਅਸੀਂ ਸ਼ੁਰੂ ਕਰ ਦਿੰਦੇ ਹਾਂ। ਉਹ ਪਹਿਲਾ ਸਾਹ ਅਸੀਂ ਕਿਸ ਦਿਨ, ਕਦੋਂ, ਕਿਸ ਵੇਲੇ, ਕਿਸ ਘੜੀ ਲਿਆ, ਇਹਦਾ ਕੁਝ ਨਹੀਂ ਕਿਸੇ ਨੂੰ ਪਤਾ। ਸੋ ਇਸ ਤਰ੍ਹਾਂ ਉਹ ਕਰਤਾ ਪਰਮੇਸ਼ਰ ਜਿਹੜਾ ਹੈ ਅਦ੍ਰਿਸ਼ਟ ਰੂਪ ਦੇ ਵਿੱਚ ਹੋ ਕਰਕੇ ਛੇਵੀਂ ਥਾਂ ਦੇ ਉੱਤੇ ਉਹ ਕਰਤਾ ਜਿਹੜਾ ਆਪ ਸਮਾਇਆ ਹੋਇਆ, ਸਾਰਿਆਂ ਦੇ ਅੰਦਰ ਉਹ ਆਪ ਟਿਕਿਆ ਹੈ, ਸਾਰਿਆਂ ਦੇ ਅੰਦਰ ਉਹ ਆਪ ਸਮਾਇਆ ਹੈ। ਇਹ ਸਾਰੀ ਸ੍ਰਿਸ਼ਟੀ ਦਾ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਇਸ ਤਰ੍ਹਾਂ ਸਮਾਇਆ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸੋ ਕਣ ਕਣ ਦੇ ਅੰਦਰ ਹਰ ਹਟ ਪੀ ਤੂੰ ਤੂੰ ਕਰਹਿ, ਬੁੱਲ ਹੈ ਭਲੀ ਬਾਣ। ਉਹ ਕਣ ਕਣ ਦੇ ਅੰਦਰ ਪਰਮੇਸ਼ਰ ਜਿਹੜਾ ਉਹ ਸਮਾਇਆ ਹੈ। ਫਿਰ ਜ਼ਿਕਰ ਕਰਦੇ ਨੇ ਕਿ ਪੰਜ ਤਤ 25 ਗੁਣ, ਸ਼ਤਰ ਮਿੱਤਰ ਮਿਲ ਦੇਹ ਬਣਾਈ। ਕਰਤਾ ਪਰਮੇਸ਼ਰ ਦੀ ਇੱਕ ਐਸੀ ਖੇਡ ਹੈ, ਉਹਨੇ ਪੰਜ ਤੱਤ ਲਏ, ਫਿਰ ਇਹਨਾਂ ਦੇ ਵਿੱਚ 25 ਗੁਣ, 25 ਪ੍ਰਕਿਰਤੀਆਂ ਜਿਹੜੀਆਂ ਸਨ ਇਹਨਾਂ ਦੇ ਵਿੱਚ ਮਿਲਾ ਦਿੱਤੀਆਂ ਹਨ। ਤੇ ਉਸ ਤੋਂ ਬਾਅਦ 25 ਪ੍ਰਕਿਰਤੀਆਂ ਨੂੰ ਮਿਲਾ ਕਰਕੇ ਆਪੋ ਆਪਣੇ ਦੇ ਵਿੱਚ ਸਾਰੇ ਇੱਕ ਦੂਜੇ ਦੇ ਸ਼ਤਰੂ ਹਨ। ਕਿਉਂਕਿ ਦੇਖੋ, ਅੱਗ ਜਿੱਥੇ ਬਲਦੀ ਹੈ ਉੱਥੇ ਪਾਣੀ ਪਾ ਦਿਓ ਤੇ ਅੱਗ ਬੁਝ ਜਾਂਦੀ ਹੈ। ਉਸ ਤੋਂ ਬਾਅਦ ਜਿਵੇਂ ਅਸੀਂ ਕਹਿ ਦਈਏ ਕਿ ਮਿੱਟੀ ਹੈ, ਜਿੱਥੇ ਅੱਗ ਬਲਦੀ ਉੱਥੇ ਮਿੱਟੀ ਪਾ ਦਿਓ
ਤੇ ਮਿੱਟੀ ਜਿਹੜੀ ਅੱਗ ਦੇ ਵਿਰੋਧੀ ਹੈ, ਪਾਣੀ ਅੱਗ ਦਾ ਵਿਰੋਧੀ ਤੱਤ ਹੈ। ਪਰ ਪਰਮਾਤਮਾ ਨੇ ਇਹ ਕੀ ਕੀਤਾ, ਸਾਡੇ ਆ ਸਰੀਰਾਂ ਰੂਪੀ ਭਾਂਡੇ ਜਿਹੜੇ ਘੜੇ ਨੇ, ਇਹਨਾਂ ਦੇ ਵਿੱਚ ਜਦੋਂ ਸਾਹਿਬ ਦੀ ਬਾਣੀ ਅੰਦਰ ਵਚਨ ਪੜ੍ਹਦੇ ਹਾਂ ਕਿ ਮੇਰੇ ਕਰਤਾ ਪਰਮੇਸ਼ਰ ਦੀ ਐਸੀ ਖੇਡ ਹੈ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇੱਕ ਤੈ ਥਾਏ ਰਾਖੈ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਕਿਉਂ ਕਰਤਾ ਪਰਮੇਸ਼ਰ ਐਸੀ ਖੇਡ ਰਚਦਾ ਹੈ ਕਿ ਸ਼ੇਰ ਤੇ ਬੱਕਰੀ ਇੱਕ ਥਾਂ ਤੇ ਕਦੀ ਨਹੀਂ ਰਹਿ ਸਕਦੇ, ਪਰ ਜਦੋਂ ਉਹ ਆਪਣੀ ਖੇਡ ਰਚਾਉਂਦਾ ਉਦੋਂ ਬੱਕਰੀ ਸਿੰਘ ਇੱਕ ਤੈ ਥਾਏ ਰਾਖੈ। ਉਹ ਇੱਕੋ ਲੱਕੜ ਦੇ ਵਿੱਚ ਅੱਗ ਵੀ ਰੱਖੀ ਬੈਠਾ ਹੈ, ਉਸੇ ਲੱਕੜ ਦੇ ਵਿੱਚ ਪਾਣੀ ਹੈ। ਆਪਾਂ ਜਦੋਂ ਲੱਕੜਾਂ ਬਾਲਦੇ ਹਾਂ ਜਾਂ ਖਰੀਦਦੇ, ਆਪਾਂ ਕਹਿੰਦੇ ਭਾਈ ਇਹ ਲੱਕੜ ਗਿੱਲੀ ਹੈ, ਹਾਲੇ ਇਹ ਬਲੇਗੀ ਨਹੀਂ, ਪਰ ਅੱਗ ਜ਼ਰੂਰ ਉਹਦੇ ਵਿੱਚ ਹੈ। ਇਹ ਨਹੀਂ ਕਿ ਉਹ ਗਿੱਲੀ ਤੇ ਉਹ ਬਿਲਕੁਲ ਹੀ ਉਹਦੇ 'ਚ ਅੱਗ ਰੂਪੀ ਤੱਤ ਹੀ ਨਹੀਂ। ਹਾਲਾਂਕਿ ਕਈ ਵਾਰ ਚੁੱਲ੍ਹੇ 'ਚ ਬਲਦੀ ਲੱਕੜ ਵੀ ਅਸੀਂ ਵੇਖਦੇ ਹਾਂ, ਨਾਲੇ ਉਹ ਸੜ ਰਹੀ ਹੈ, ਨਾਲੇ ਉਹਦੇ ਵਿੱਚੋਂ ਪਾਣੀ ਸਿਮਦਾ ਪਿਆ ਹੁੰਦਾ ਹੈ। ਸੋ ਇਸ ਤਰ੍ਹਾਂ ਅੱਗ ਤੇ ਪਾਣੀ ਨੂੰ ਲੱਕੜ ਦੇ ਵਿੱਚ ਇੱਕ ਥਾਂ ਤੇ ਰੱਖਦਾ ਹੈ। ਸਾਡੇ ਇਸ ਸਰੀਰ ਦੇ ਅੰਦਰ ਉਹਨੇ ਮਿੱਟੀ, ਪੌਣ, ਪਾਣੀ, ਆਕਾਸ਼, ਇਹ ਸਾਰੇ ਪੰਜੇ ਤੱਤ ਜਿਹੜੇ ਨੇ ਇਹਨਾਂ ਨੂੰ ਐਨ ਗੁੰਨ ਕੇ ਰੱਖਿਆ। ਜਿਵੇਂ ਘੁਮਿਆਰ ਜਿਹੜਾ ਹੈ ਉਹ ਮਿੱਟੀ ਦਾ ਭਾਂਡਾ ਤਿਆਰ ਕਰਦਾ ਹੈ, ਉਹਦੇ ਵਿੱਚ ਸਾਰਾ ਕੁਝ ਪਾਣੀ ਮਿੱਟੀ ਦੋਨੋਂ ਤੱਤ ਮਿਲਾ ਦਿੰਦਾ। ਸੋ ਪਰਮੇਸ਼ਰ ਨੇ ਇਹ ਸਾਡੇ ਸਰੀਰਾਂ ਰੂਪੀ ਭਾਂਡੇ ਜਿਹੜੇ ਇਹਨਾਂ ਨੂੰ ਤਿਆਰ ਕਰ ਦਿੱਤਾ। ਫਿਰ ਨਾਲ ਜ਼ਿਕਰ ਕਰਦੇ, ਖਾਣੀ ਬਾਣੀ ਚਲਿਤ ਕਰ, ਆਵਾ ਗਾਉਣ ਚਰਿੱਤਰ ਦਿਖਾਈ। ਖਾਣੀ ਚਾਰ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਫਿਰ ਬਾਣੀ ਚਾਰ ਪ੍ਰਕਾਰ ਦੀਆਂ ਬਾਣੀਆਂ ਨੇ, ਪਰਾ, ਪਸੰਤੀ, ਮੱਧਮਾ, ਬੈਖਰੀ। ਇਹ ਚਾਰ ਖਾਣੀਆਂ ਤੇ ਚਾਰ ਬਾਣੀਆਂ ਤੋਂ ਬਾਅਦ ਇਹਨਾਂ ਨੂੰ ਰਚ ਕੇ ਆਵਾ ਗਾਉਣ ਚਰਿੱਤਰ ਦਿਖਾਈ। ਇਹ ਜਿੰਨੇ ਸਰੀਰ ਸਾਜੇ ਨੇ ਸਾਰੇ ਪੰਜ ਤੱਤਾਂ ਦੇ ਨੇ, ਸਾਰਿਆਂ ਦੇ ਅੰਦਰ ਪੰਜੀ ਪ੍ਰਕਿਰਤੀਆਂ ਨੇ। ਪੰਜੀ ਪ੍ਰਕਿਰਤੀਆਂ ਦਾ ਵਿਸਥਾਰ ਅੱਗੇ ਚੱਲ ਕੇ ਭਾਈ ਸਾਹਿਬ ਦੀਆਂ ਵਾਰਾਂ 'ਚ ਵੀ ਆਪਾਂ ਸਰਵਣ ਕਰਾਂਗੇ। ਸੋ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਪੰਜੀ ਪ੍ਰਕਿਰਤੀਆਂ, ਸਾਰੇ ਜੀਵ ਜਿਹੜੇ ਨੇ ਉਹ ਚਾਰ ਖਾਣੀਆਂ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਕੋਈ ਆਂਡੇ ਦੇ ਵਿੱਚੋਂ ਜਨਮ ਲੈ ਰਿਹਾ, ਕੋਈ ਜ਼ੇਰ ਦੇ ਵਿੱਚੋਂ ਜਨਮ ਲੈ ਰਿਹਾ, ਕੋਈ ਜ਼ਮੀਨ ਦੇ ਵਿੱਚੋਂ ਜਨਮ ਲੈ ਰਿਹਾ ਹੈ। ਸੋ ਇਸ ਤਰ੍ਹਾਂ ਫਿਰ ਨਾਲ ਮਨੁੱਖਾਂ ਦੇ ਅੰਦਰ ਚਾਰ ਪ੍ਰਕਾਰ ਦੀਆਂ ਬਾਣੀਆਂ ਹਨ। ਪਰ ਨਾਲ ਜ਼ਿਕਰ ਕਰਦੇ ਆਵਾ ਗਾਉਣ ਕਰ, ਇੱਕ ਸ੍ਰਿਸ਼ਟੀ ਤੇ ਆਉਣਾ ਤੇ ਜਾਣਾ। ਆਪਾਂ ਜੰਮਦੇ ਹਾਂ, ਆਪਾਂ ਮਰਦੇ ਹਾਂ, ਕਿਉਂਕਿ ਸਾਹਿਬ ਦੀ ਬਾਣੀ ਦਾ ਇੱਕ ਅਟਲ ਫੈਸਲਾ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਥੇ ਜੋ ਪੈਦਾ ਹੋਇਆ, ਭਾਵੇਂ ਉਹ ਮਨੁੱਖ ਹੈ, ਭਾਵੇਂ ਉਹ ਬਨਸਪਤੀ ਹੈ, ਭਾਵੇਂ ਉਹ ਕੋਈ ਪਸ਼ੂ ਪੰਛੀ ਹੈ, ਇੱਕ ਨਾ ਇੱਕ ਦਿਨ ਉਹਨੇ ਬਿਨਸਣਾ ਹੈ। ਇਹ ਨਹੀਂ ਇਕੱਲਾ ਮਨੁੱਖ ਮਰਦਾ ਹੈ, ਪਸ਼ੂ ਪੰਛੀ ਜਾਨਵਰ ਮਰਦੇ। ਜੇ ਕੋਈ ਜੰਗਲਾਂ ਦੇ ਵਿੱਚ ਖੜੇ ਹੋਏ ਰੁੱਖ ਨੇ, ਕੋਈ ਬਨਸਪਤੀ, ਉਹ ਵੀ ਇੱਕ ਦਿਨ ਖਤਮ ਹੁੰਦੀ ਹੈ। ਸੋ ਜੋ ਕੁਝ ਵੀ ਧਰਤੀ ਤੇ ਦ੍ਰਿਸ਼ਟਮਾਨ ਪੈਦਾ ਹੈ ਉਹ ਸਾਰਾ ਇੱਕ ਦਿਨ ਬਿਨਸੇਗਾ। ਸੋ ਇਸ ਲਈ ਭਾਈ ਸਾਹਿਬ ਕਹਿੰਦੇ ਆਵਾ ਗਾਉਣ, ਇਹ ਸਾਰਾ ਆਉਣ ਜਾਣ ਦਾ ਚਰਿੱਤਰ ਹੈ, ਭਾਵ ਉਹਦੀ ਇੱਕ ਖੇਡ ਹੈ। ਇਹ ਕੋਈ ਸਾਡੀ ਮਰਜ਼ੀ ਨਹੀਂ, ਜਾਂ ਇੰਜ ਕਹਿ ਲਓ ਉਹਨੇ ਕੋਈ ਸਾਡੇ ਜੀਵਾਂ ਦੇ ਉੱਤੇ ਜ਼ੋਰ ਜ਼ੁਲਮ ਨਹੀਂ ਕੀਤਾ, ਇਹ ਸਿਰਫ ਉਹਦੀ ਖੇਡ ਹੈ। ਇਸ ਚਰਿੱਤਰ ਨੂੰ ਦਿਖਾਈ ਉਹਨੂੰ ਆਪ ਕਰਕੇ ਪਰਮੇਸ਼ਰ ਨੇ ਦਿਖਾਇਆ ਹੈ, ਭਾਵ ਇਹ ਸਾਰਾ ਚਰਿੱਤਰ ਜਿਹੜਾ ਉਹ ਆਪ ਕਰ ਰਿਹਾ ਹੈ। 84 ਲੱਖ ਜੋਨ ਉਪਾਈ, ਇੰਜ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੇ ਇਹ 84 ਲੱਖ ਜੂਨਾਂ ਜਿਹੜੀਆਂ ਨੇ ਪੈਦਾ ਕੀਤੀਆਂ ਨੇ, ਜਿਨ੍ਹਾਂ ਨੂੰ ਤਕਾਜ਼ਨ ਹਰ ਇੱਕ ਮਨੁੱਖਾ ਸਰੀਰ ਜਿਹੜਾ ਉਹ ਭੋਗ ਕੇ ਆਇਆ ਹੈ। ਹਾਂ, ਇਹ ਸੱਚ ਹੈ। ਜੇ ਅਸੀਂ ਇਸ ਜਨਮ ਦੇ ਵਿੱਚ ਕੋਈ ਕਮਾਈ ਨਹੀਂ ਕਰਾਂਗੇ ਤਾਂ ਇਹਦੇ ਵਿੱਚ ਵੀ ਕੋਈ ਝੂਠ ਨਹੀਂ, ਇਸ ਤੋਂ ਬਾਅਦ ਵੀ ਅਸੀਂ ਉਹ 84 ਲੱਖ ਜੂਨਾਂ ਜਿਹੜੀਆਂ ਉਹਨਾਂ ਨੂੰ ਭੋਗਾਂਗੇ। ਸੋ ਇੰਜ ਇਸ ਦੂਸਰੀ ਪੌੜੀ ਦੇ ਅੰਦਰ ਕਹਿਣ ਦਾ ਭਾਵ ਸੀ ਭਾਈ ਸਾਹਿਬ ਦਾ ਕਿ ਇਹ ਸੰਸਾਰ ਜਿਹੜਾ ਅਨਾਦਿ ਕਾਲ ਤੋਂ ਚੱਲਿਆ ਆਉਂਦਾ ਹੈ। ਬੋੜ ਦੇ ਬੀਜ ਵਾਂਗੂ ਪਹਿਲੇ ਕਰਮ ਕੇ ਸਰੀਰ, ਇਹਦਾ ਕੁਝ ਨਹੀਂ ਪਤਾ ਲੱਗ ਸਕਦਾ, ਕਿਉਂਕਿ ਜਿਵੇਂ ਬੋੜ ਦਾ ਬੀਜ ਹੈ ਉਹਦੇ 'ਚ ਆਪਾਂ ਨੂੰ ਪਤਾ ਨਹੀਂ ਪਹਿਲਾਂ ਬੋੜ ਹੈ ਕਿ ਪਹਿਲਾਂ ਬੀਜ ਹੈ, ਕਿਉਂਕਿ ਜੇ ਬੀਜ ਸੀ ਉਹਦੇ ਵਿੱਚੋਂ ਬੋੜ ਬਣਿਆ, ਤੇ ਜੇ ਬੋੜ ਸੀ ਉਹਦੇ ਵਿੱਚੋਂ ਬੀਜ ਬਣਿਆ। ਸੋ ਇਸ ਤਰ੍ਹਾਂ ਜਿਵੇਂ ਇਹ ਚੀਜ਼ ਬਹੁਤ ਲੰਬੇਰੇ ਸਮੇਂ ਤੋਂ ਸ੍ਰਿਸ਼ਟੀ ਦੇ ਅਨਾਦਿ ਕਾਲ ਤੋਂ ਇਹ ਸਾਡੀ ਸਮਝ ਤੋਂ ਪਰੇ ਹੈ, ਜਿਹਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਵਚਨ ਕਹਿੰਦੇ ਨੇ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋ। ਉਹ ਕਰਤਾ ਅਕਾਲ ਪੁਰਖ ਪਰਮੇਸ਼ਰ, ਜਾ ਕਰਤਾ ਸਿਰ ਠੀਕੋ ਸਾਜੇ,
जिन्हें सारी सृष्टि नूं साजिया आपे जाना सोई। ये आप ही जानदा, ना इहदी कोई तरीक, ना दिन, ना महीना, ना समा, ना कोई सैकेंड, ना मिनट, ना पल, ना अज तक किसी साइंस की पकड़ विच आउंदा है, ना किसी ज्योतिषी की पकड़ विच आउंदा है, ना किसी ध्यानी के ध्यान विच आया, ना किसी ज्ञानी के ज्ञान विच आया। उन्हें आप ये सारी रचना जिहड़ी है इनू कीता है। इस करके आ सारा पसारा जिहड़ा है भाई साहब जिक्र करते हैं, ये पंज तत्तां दा पसारा, ये सारी सृष्टि अनादि काल तो इस तरह उन्हें रची हुई है। सो अगे तीसरी पौड़ी दे विच किरपा करते हैं, 84 ਲੱਖ जोन विच उत्तम जन्म सो मानस देही। सो तीजी पौड़ी पहली वार दी तीसरी पौड़ी हुण किरपा करदे 84 ਲੱਖ जूना ने, इन्हां दे विचों सारियां तो उत्तम जिहड़ी है वो मनुखा देही है, क्योंकि साहब ने बाणी अंदर बेअंत वार सानू मनुखा नू सरदार भी कहा। अवर जोन तेरी पनिहारी, इस धरती में तेरी सिकदारी, अवर जोन तेरी पनिहारी। किस धरती के उत्ते सारी 84 ਲੱਖ जून का तू सरदार है, बाकी तो सारियां तेरे तो थले तेरियां चाकर हैं। क्योंकि देखते हैं इन्ना ताकतवर हाथी जड़ा वो भी मनुख के महावत के हत्थ में फड़े हुए कुंडे के अगे लग के तुर पैंदा। शेरां के गलों च भी लोग संगल पा के शेरां नूं भी घरां दे विच पालतू बना के दुनिया ने रख लिया, ਜਿਹੜੇ ਆਪਣੇ ਆਪ ਨੂੰ ਜੰਗਲ ਦੇ ਰਾਜੇ ਕਹਿੰਦੇ ਸੀ। ਸੋ ਕਿਹੜਾ ਐਸਾ ਇਸ ਧਰਤੀ ਦਾ ਜਾਨਵਰ ਹੈ ਜਾਂ 84 ਲੱਖ ਜੂਨ ਦਾ ਜਿਹੜਾ ਮਨੁੱਖ ਦੀ ਪਕੜ ਤੋਂ ਪਰੇ ਹੋਵੇ। ਖੁੰਖਾਰ ਤੋਂ ਖੁੰਖਾਰ ਜਾਨਵਰ ਜਿਹੜੇ ਨੇ ਉਹਨਾਂ ਨੂੰ ਵੀ ਮਨੁੱਖ ਨੇ ਆਪਣੇ ਹੁਕਮ ਦੇ ਵਿੱਚ ਗੁਲਾਮ ਕਰ ਲਿਆ। ਅਸੀਂ ਦੇਖਦੇ ਹਾਂ ਸਰਕਸ ਦੇ ਵਿੱਚ ਹਾਥੀ ਫੁੱਟਬਾਲ ਖੇਡਦੇ ਪਏ ਨੇ, ਸ਼ੇਰ ਜਿਹੜੇ ਨੇ ਉਹ ਮਨੁੱਖ ਦੇ ਇਸ਼ਾਰਿਆਂ ਤੇ ਨੱਚਦੇ ਪਏ ਨੇ, ਹੋਰ ਬੜੇ ਜਾਨਵਰ ਜਿਹੜੇ ਮਨੁੱਖ ਦੇ ਕਹੇ ਮੁਤਾਬਕ ਚੱਲਦੇ ਨੇ। इस करके आप सरदार हाँ, जो मनुख हाँ, ये 84 ਲੱਖ जूना की सरदारी है साडे कोल। तो भाई साहब कहते 84 ਲੱਖ जून विच उत्तम जन्म सो मानस देही, सारियां तो उत्तम जन्म जिहड़ा है ये मनुखा देही वाला है। उत्तम जून जिहड़ी ये मनुखा देही है। फिर नाल वचन करदे, अखी वेखण कारण सुण, मुख शुभ बोलना बचन स्नेही। क्योंकि इस मनुखा देही दे विच अखी वेखण करन सुण, आपां हुण ये कहांगे भी अखां नाल ते पशु भी वेंदा, कन्नां दे नाल ते पशु भी सुणदा है, पर उन्हां दे कोल विचार नहीं है। आपां सुनण तो पहला विचार कर सकते हैं कि जो असीं सुनना है ये साडे वास्ते चंगा है या साडे वास्ते माड़ा है। असीं जो देखना है कि ये साडे लई चंगा है, सानूं ये देखना शोभा देवेगा या नहीं देवेगा। देखण तो पहला साडे कोल विचार है, बोलण तो पहला आपां हज़ार बार सोच सकते हैं भी असीं जो बोलना है इहदा रिजल्ट की है। ये शब्द जिहड़ा किसी दे हिरदे नूं विन्नेगा ते नहीं, ये शब्द जिहड़ा है प्यार नाल भरिया है जां हंकार नाल भरिया है। ये शब्द जिहड़ा है किते ना किते अपने अंदर दी हौमै नूं जन्म दिंदा है, ये शब्द किते काम नूं जन्म दिंदा है जां ये शब्द नाम नूं जन्म दिंदा है। जो भी आपां बोलना है आपां विचार सकते हैं, पशुओं के कोल विचार नहीं है। इस करके मनुखा दे ही उत्तम है, पर यह उत्तम तां है जिन्हों भाई साहब कहते जे ध्यान दे नाल ज्ञान दे नाल अखीं वेखण, इन्हां अखां दे नाल वेखे। जिन्हों गुरु अमरदास पातशाह बचन कहते, ए नेत्रो मेरे हो हर तुम मह जोत तरी, हर बिना अवर ना देखो कोई। तेरे अंदर परमेश्वर की जोत है ते हरी तो बिना किसी दूजे नूं देखना, भाव के संसार नूं ते हुण देखांगे, पर इन्हां दे अंदर देख। सब मह जोत जोत है सोए, तिस दै चानण सब मह चानण होए। सो कारण सुण, इस मनुखा जन्म दे विच कारण शुभ बचन जिहड़े हन, कंन ये सुणदे हन। फिर मुख शुभ बोलण, मुखा जिहड़ा जुबान जिहड़ी है ये शुभ बचन बोलदी है, भाव प्रेम दे वाक बोलदियां ने। हालांकि पशु पंछी वेखण दी सुनण दी सारी क्रिया करते, पर उन्हां कोल ये नहीं है। इस करके अगे कहते बचन स्नेही, स्नेह वाले बचन, भाव के प्यार वाले बचन, प्रेम वाले बचन, जिन्हां दे विच प्रेम स्नेह पैदा होवे। फिर स्नेही का अर्थ कुछ विद्वानां ने इंज भी किया है कि सुनना, क्योंकि सुनण की गल भी इत्थे आई है, करन सुनते ने। कन जिहड़े ने शुभ बचन सुनेही, चंगे बचन सुनिया करना। ऐसा नहीं कोई निंदा सुना रहा है
ਤੇ ਅਸੀਂ ਕੰਨ ਰਸ ਦੇ ਵੱਜੇ ਹੋਏ ਨਿੰਦਾ ਸੁਣੀ ਜਾਈਏ, ਕੋਈ ਮਾੜਾ ਗੀਤ ਸੰਗੀਤ ਸੁਣਾ ਰਿਹਾ ਉਹ ਸੁਣੀ ਜਾਈਏ, ਸੰਸਾਰ ਦੇ ਵਿੱਚ ਮਾੜੇ ਸ਼ਬਦ ਸੁਣੀ ਜਾਈਏ, ਮਾੜੇ ਲਫ਼ਜ਼ ਸੁਣੀ ਜਾਈਏ। ਜਦੋਂ ਕੰਨਾਂ ਨੇ ਵੀ ਸੁਣਨਾ ਹੈ ਤਾਂ ਸ਼ੁਭ ਬਚਨ ਸਨੇਹੀ, ਸੋਹਣੇ ਬਚਨ ਇਹਨਾਂ ਕੰਨਾਂ ਨੂੰ ਸੁਣਾ। ਫਿਰ ਐਸੇ ਬਚਨ ਬੋਲ ਜੋ ਸਾਰਿਆਂ ਦੇ ਨਾਲ ਸਨੇਹ ਪ੍ਰੇਮ ਕਰਨ ਵਾਲੇ ਹੋਣ, ਕਿਉਂਕਿ ਇਹ ਮਨੁੱਖਾ ਜਨਮ ਐਸਾ ਦੁਰਲੱਭ ਹੈ ਜਿਹਨੂੰ ਭਗਤ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਾਨ ਫਲ ਪਾਕੈ ਭੋਏ ਗਿਰਹੇ, ਬਹੁਰ ਨਾ ਲਾਗੈ ਡਾਰ। ਸੋ ਅਗਲੇ ਬਚਨ ਅੰਦਰ ਕਹਿੰਦੇ ਹੱਥੀਂ ਕਾਰ ਕਮਾਵਣੀ, ਪੈਰੀ ਚੱਲ ਸਤ ਸੰਗ ਮਿਲੇਹੀ। ਹੱਥਾਂ ਦੇ ਨਾਲ ਕਾਰ ਕਮਾਉਣੀ, ਹਾਲਾਂਕਿ ਪਸ਼ੂ ਪੰਛੀ ਹੱਥਾਂ ਨਾਲ ਕੋਈ ਕਰਮ ਨਹੀਂ ਕਰ ਸਕਦੇ। ਕਈ ਦਫਾ ਬੇਨਤੀ ਕਰਦੇ ਹੋ, ਸਿਰਫ ਇੱਕ ਭੋਗ ਕਰਮ ਭੋਗਣ ਵਾਲੀ ਜੂਨੀ ਹੈ। ਪਸ਼ੂਆਂ ਨੇ ਜੋ ਕੀਤਾ ਉਹ ਭੋਗਦੇ ਪਏ ਨੇ, ਅੱਗੇ ਉਹ ਕਰਮ ਨਹੀਂ ਕਰ ਸਕਦੇ। ਆਪਾਂ ਮਨੁੱਖ ਚੰਗੇ ਮੰਦੇ ਕਰਮ ਜਿਹੜੇ ਉਹਨਾਂ ਨੂੰ ਕਰ ਸਕਦੇ ਹਾਂ। ਸਾਡੇ ਕੋਲ ਵਿਚਾਰ ਹੈ, ਚੰਗਾ ਕਰਨਾ ਮੰਦਾ ਕਰਨਾ। ਇਸ ਕਰਕੇ ਹੱਥੀਂ ਕਾਰ ਕਮਾਵਣੀ, ਹੱਥਾਂ ਨਾਲ ਕਾਰ ਕਰੇ, ਦਸਾਂ ਨੋਹਾਂ ਦੀ ਸੱਚੀ ਸੁੱਚੀ ਕਿਰਤ ਕਰੇ। ਫਿਰ ਪੈਰੀ ਚੱਲ ਸਤ ਸੰਗ ਮਿਲੇ ਹੀ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਸਤ ਸੰਗ ਦੇ ਵਿੱਚ ਜਿਹੜੇ ਸਤ ਸੰਗੀ ਪੁਰਖ ਹਨ, ਉਹਨਾਂ ਕਮਾਈ ਵਾਲੇ ਸਤ ਸੰਗੀ ਸਤ ਪੁਰਖਾਂ ਨੂੰ ਜਾ ਕਰਕੇ ਮਿਲਣਾ ਕਰੇ। ਫਿਰ ਸਤ ਸੰਗਤ ਦੇ ਵਿੱਚ ਜਾ ਕਰਕੇ ਗੁਰੂ ਨੂੰ ਮਿਲਣਾ ਕਰੇ। ਸਤ ਸੰਗਤ, ਕਿਉਂਕਿ ਪੈਰ ਤੇ ਇਹੀ ਨੇ, ਭਾਵੇਂ ਇਹਨਾਂ ਪੈਰਾਂ ਨਾਲ ਚੱਲ ਕੇ ਤੁਸੀਂ ਸਤ ਸੰਗਤ ਵਿੱਚ ਚਲੇ ਜਾਓ, ਭਾਵੇਂ ਇਹਨਾਂ ਪੈਰਾਂ ਨਾਲ ਚੱਲ ਕੇ ਕਿਸੇ ਠੇਕੇ ਤੇ ਚਲੇ ਜਾਓ, ਭਾਵੇਂ ਇਹਨਾਂ ਪੈਰਾਂ ਨਾਲ ਚੱਲ ਕੇ ਕਿਸੇ ਵਿਸ਼ਵਾ ਦੁਆਰੇ ਚਲੇ ਜਾਓ, ਚੱਲਣਾ ਤੇ ਇਹਨਾਂ ਪੈਰਾਂ ਦੇ ਨਾਲ ਹੀ ਹੈ। ਸੋ ਕੀ ਕਰੇ ਮਨੁੱਖ, ਇਹਨਾਂ ਪੈਰਾਂ ਦੇ ਨਾਲ ਭਲੇ ਮਾਰਗ ਦੇ ਉੱਤੇ ਚੱਲੇ। ਤੇ ਜੇ ਭਲੇ ਮਾਰਗ ਦੇ ਉੱਤੇ ਨਹੀਂ ਚੱਲਦਾ ਤੇ ਭਾਈ ਸਾਹਿਬ ਜੀ ਅਗਾਂਹ ਚੱਲ ਕੇ ਪੌੜੀਆਂ 'ਚ ਜ਼ਿਕਰ ਵੀ ਕਰਨਗੇ ਕਿ ਉਹ ਪੈਰ, ਉਹ ਹੱਥ, ਉਹ ਕੰਨ, ਉਹ ਅੱਖਾਂ, ਉਹ ਸਾਰੇ ਤ੍ਰਿਕਾਰ ਨੇ ਜਿਹੜੇ ਨਾ ਗੁਰੂ ਕੋਲ ਚੱਲ ਕੇ ਜਾਂਦੇ, ਨਾ ਗੁਰੂ ਦੇ ਚਰਨਾਂ ਨੂੰ ਪਰਸਦੇ, ਨਾ ਗੁਰੂ ਕੇ ਦੀਦਾਰ ਕਰਦੇ ਹਨ। ਸੋ ਇਹਨਾਂ ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਮਿਲਣਾ ਕਰੇ। ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਭਾਏ ਕਰੇਹੀ। ਧਰਮ ਦੀ ਕਿਰਤ ਕਰੇ, ਤੇ ਵਿਰਤ ਦਾ ਅਰਥ ਹੁੰਦਾ ਹੈ ਜੀਵਨ ਦੇ ਨਿਰਵਾਹ ਵਾਸਤੇ, ਭਾਵ ਕਿ ਆਪਣੇ ਵਿੱਤੀ ਗੁਜ਼ਰਾਨ ਦੇ ਵਾਸਤੇ ਸੋਹਣੀ ਧਰਮ ਦੀ ਦਸਾਂ ਨੋਹਾਂ ਦੀ ਸੱਚੀ ਸੁੱਚੀ ਕਿਰਤ ਕਰੇ, ਜਿਹਨੂੰ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੁ ਪਛਾਣੈ ਸੇ। ਭਾਵ ਕਿ ਸੋਹਣੀ ਕਾਲ ਕਮਾਈ ਜ਼ਿੰਦਗੀ ਦੇ ਵਿੱਚ ਸੱਚੀ ਸੁੱਚੀ ਕਿਰਤ ਕਰੇ। ਫਿਰ ਉਹ ਕਿਰਤ ਕਰਨ ਤੋਂ ਬਾਅਦ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕਿਛ ਭਲਾ ਮਨਾਏ। ਉਸ ਕਿਰਤ ਵਿਰਤ ਦੇ ਵਿੱਚੋਂ, ਉਹ ਧਰਮ ਦੀ ਕੀਤੀ ਸੱਚੀ ਸੁੱਚੀ ਕਿਰਤ ਦੇ ਵਿੱਚੋਂ ਦੁਨੀਆ ਦੇ ਵਿੱਚ ਕੁਝ ਵੰਡੇ, ਦਸਵੰਡ ਕੱਢੇ, ਭਲਾ ਕਰੇ ਗਰੀਬ ਗੁਰਬਿਆਂ ਦਾ, ਹੱਥੋਂ ਦੇ ਕੁਝ ਭਲਾ ਮਨਾਏ। ਆਪਣੇ ਹੱਥਾਂ ਨਾਲ ਦੁਨੀਆ ਨੂੰ ਕੁਝ ਦੇ ਕੇ ਨਾਲ ਭਲਾ ਮੰਗੇ ਉਹਨਾਂ ਦਾ। ਇਹ ਨਹੀਂ ਇਕੱਲਾ ਦੇ ਕੇ ਤੇ ਉੱਥੇ ਹੰਕਾਰ ਪੈਦਾ ਕਰਕੇ ਆ ਜਾਏ, ਮੈਂ ਗਰੀਬ ਨੂੰ ਇੰਨਾ ਦੇ ਆਇਆ, ਨਾਲ ਭਲਾ ਮੰਗੇ ਕਿ ਸਤਿਗੁਰੂ ਇਹਨਾਂ ਦਾ ਵੀ ਭਲਾ ਕਰੇ। ਕਿਉਂਕਿ ਉਹ ਇਸ ਅਵਸਥਾ 'ਚ ਆਏ, ਗਰੀਬੀ ਵਿੱਚ ਆਏ, ਤਾਂ ਸਾਨੂੰ ਉਹਨਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ ਹੈ। ਸੋ ਖੈਰ, ਇੱਥੇ ਜ਼ਿਕਰ ਕਰਦੇ ਨੇ ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਪਾਏ ਕਰੇ ਹੀ। ਭਾਵ ਕਿ ਸੋਹਣੀ ਕਿਰਤ ਕਰੇ, ਚੋਰੀ ਯਾਰੀ ਇਹਨੂੰ ਆਪਣੀ ਜ਼ਿੰਦਗੀ ਦੀ ਉਪਜੀਵਕਾ ਨਾ ਬਣਾਏ, ਤੇ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੁ ਪਛਾਣੈ ਸੇ ਦੀ ਅਵਸਥਾ ਨੂੰ ਮਾਣੇ। ਖੱਟ ਖਵਾਲਣ ਪਾਏ ਕਰੇ ਹੀ, ਪ੍ਰੇਮ ਕਰੇ, ਖੱਟ ਖਾਵੇ, ਆਪ ਵੀ ਖਾਵੇ ਤੇ ਦੂਸਰਿਆਂ ਦੇ ਵਿੱਚ ਵੀ ਦਸਵੰਧ ਮਾਇਆ ਜਿਹੜੀ ਹੈ ਉਹਨੂੰ ਵੰਡਣਾ ਕਰੇ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਉਹਨਾਂ ਗੁਰਮੁਖਾਂ ਦਾ ਜਨਮ ਜਿਹੜਾ ਹੈ ਉਹ ਸਕਾਰ ਥਾ, ਭਾਵ ਅਰਥ ਦੇ ਸ੍ਰੇਸ਼ਟ ਅਰਥ ਦੇ ਸਹਿਤ ਹੈ। ਇੰਝ ਕਹਿ ਦਈਏ, ਉਹਨਾਂ ਗੁਰਮੁਖਾਂ ਦਾ ਜਨਮ ਜਿਹੜਾ ਸਫਲ ਹੈ। ਕੌਣ? ਜੋ ਗੁਰਬਾਣੀ ਪੜ੍ਹ, ਜੋ ਗੁਰਬਾਣੀ ਨੂੰ ਪੜ੍ਹਦੇ ਨੇ, ਫਿਰ ਗੁਰਬਾਣੀ ਨੂੰ ਸਮਝਦੇ ਨੇ। ਕਿਉਂਕਿ ਐਸੇ ਸਾਡੇ ਵਰਗੇ ਜਿਹੜੇ ਸਾਰੀ ਉਮਰ ਪੜ੍ਹਦੇ ਰਹਿ ਜਾਂਦੇ ਨੇ, ਕੁਝ ਕਮਾਈ ਵਾਲੇ ਜਿਹੜੇ ਪੜ੍ਹਨ ਤੋਂ ਬਾਅਦ ਉਹਨੂੰ ਸਮਝਦੇ ਨੇ ਚੰਗੀ ਤਰ੍ਹਾਂ, ਤੇ ਸਮਝਣ ਤੋਂ ਬਾਅਦ ਫਿਰ ਉਹਨੂੰ ਜ਼ਿੰਦਗੀ ਵਿੱਚ ਕਮਾਉਂਦੇ ਵੀ ਹਨ। ਫਿਰ ਸੁਨੇਹੀ ਸੁਣਦੇ ਵੀ ਨੇ, ਬਾਣੀ ਨੂੰ ਪੜ੍ਹਦੇ ਵੀ ਨੇ, ਸਮਝਦੇ ਵੀ ਨੇ, ਤੇ ਸਤ ਸੰਗਤ ਵਿੱਚ ਬਹਿ ਕੇ ਬਾਣੀ ਨੂੰ ਸੁਣਦੇ ਵੀ ਨੇ। ਕਿਉਂਕਿ ਜੇ ਸੱਚ ਕਹੀਏ ਤਾਂ ਸਭ ਤੋਂ ਔਖਾ ਅੱਜ ਦੇ ਸਮੇਂ ਵਿੱਚ ਸੁਣਨਾ ਹੈ, ਪੜ੍ਹਨਾ ਉਹਨਾਂ ਔਖਾ ਨਹੀਂ। ਤੁਸੀਂ ਪੜ੍ਹ ਸਕੋਗੇ, ਬਾਣੀ ਪੜ੍ਹ ਲਓਗੇ ਘੰਟਿਆਂ ਬੱਧੀ, ਜੈਂਜ ਕਹਿ ਲਓ ਬਾਣੀ ਦੀਆਂ ਪੋਥੀਆਂ, ਕੋਈ ਅਰਥ ਤੁਸੀਂ ਘਰ ਦੇ ਵਿੱਚ ਕੋਈ ਪੋਥੀ ਕਿਤਾਬ ਆਦਿ ਜਿਹੜੀ ਇਤਿਹਾਸ ਦੀ ਲੈ ਕਰਕੇ ਉਹ ਪੜ੍ਹ ਲਵੋਗੇ।
ਪਰ ਸਤ ਸੰਗਤ ਦੇ ਵਿੱਚ ਘੰਟਿਆਂ ਬੱਧੀ ਚੌਂਕੜਾ ਮਾਰ ਕੇ ਸੁਣਨਾ, ਕਥਾ ਕੀਰਤਨ ਵਿਖਿਆਨ, ਇਹ ਬੜਾ ਕਠਿਨ ਹੈ। ਹਾਲਾਂਕਿ ਆਮ ਮਨੁੱਖ ਜਿਹੜਾ ਉਹ ਸੁਣ ਲਵੇਗਾ। ਸਭ ਤੋਂ ਜ਼ਿਆਦਾ ਔਖਾ ਹੈ ਸਾਡੇ ਵਰਗੇ ਜਿਹੜੇ ਮਨੁੱਖ ਨੇ ਨਾ, ਭਾਵ ਜਿਹਨੂੰ ਥੋੜਾ ਜਿਹਾ ਗਿਆਨ ਹੋ ਜਾਵੇ, ਹਾਲੇ ਹੋਇਆ ਨਹੀਂ, ਪਰ ਉਹ ਕਹਿ ਦਿੰਦਾ ਲੈ ਹੁਣ ਮੈਂ ਤੇ ਖੁਦ ਕਥਾ ਕਰਦਾ, ਮੈਂ ਕਿਉਂ ਸਤ ਸੰਗਤ ਵਿੱਚ ਬਹਿ ਕੇ ਕਥਾ ਸੁਣਾਂਗਾ। ਗਿਆਨੀ ਨੂੰ ਕਥਾ ਸੁਣਨੀ ਬਹੁਤ ਔਖੀ ਹੈ। ਇੱਕ ਪਾਠੀ ਸਿੰਘ ਦੇ ਵਾਸਤੇ ਬਹਿ ਕੇ ਪਾਠ ਸੁਣਨਾ ਬੜਾ ਔਖਾ ਹੈ। ਕੀਰਤਨੀਏ ਦੇ ਵਾਸਤੇ ਬਹਿ ਕੇ ਕੀਰਤਨ ਸੁਣਨਾ ਬੜਾ ਔਖਾ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੈ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਸਮਝਦੇ ਨੇ, ਫਿਰ ਬਾਣੀ ਨੂੰ ਪੜ੍ਹਨ ਤੋਂ ਬਾਅਦ, ਸਮਝਣ ਤੋਂ ਬਾਅਦ ਸੁਨੇਹੀ ਦੂਜਿਆਂ ਨੂੰ ਸੁਣਾਉਂਦੇ ਨੇ, ਤੇ ਫਿਰ ਦੂਜਿਆਂ ਨੂੰ ਸਮਝਾਉਂਦੇ ਵੀ ਹਨ। ਇਹ ਨਹੀਂ ਕਿ ਸਾਨੂੰ ਸਮਝ ਆ ਗਈ ਹੈ ਤੇ ਹੁਣ ਅਸੀਂ ਦੂਜੇ ਨੂੰ ਨਹੀਂ ਸਮਝਾਉਣਾ। ਭਾਵ ਕਿ ਜਿਵੇਂ ਦੀਵਾ ਬਾਲ ਕੇ ਉਹਨੂੰ ਪੜੋਪੇ ਦੇ ਥੱਲੇ ਰੱਖ ਦੇਣਾ, ਦੀਵਾ ਬਾਲ ਕੇ ਉਹਨੂੰ ਕਿਸੇ ਕਮਰੇ ਵਿੱਚ ਬੰਦ ਕਰ ਦੇਣਾ ਵੀ ਇਹਦਾ ਚਾਨਣ ਕਿਤੇ ਬਾਹਰ ਨਾ ਚਲਾ ਜੇ, ਦੀਵਾ ਬਾਲ ਕੇ ਉਹਨੂੰ ਉੱਤੇ ਕੜਾ ਮੁੱਦਾ ਮਾਰ ਦੇਣਾ ਵੀ ਇਹਦਾ ਚਾਨਣ ਖੌਰੇ ਕੋਈ ਹੋਰ ਨਾ ਲੈ ਜੇ। ਸੋ ਇਸ ਤਰ੍ਹਾਂ ਜਿਸ ਨੂੰ ਕੋਈ ਸ਼ਬਦ ਦਾ ਚਾਨਣ ਹੈ, ਕੋਈ ਬਾਣੀ ਦਾ ਚਾਨਣ ਹੈ, ਕੋਈ 4 ਅੱਖਰਾਂ ਦਾ ਗਿਆਨ ਹੈ, ਉਹ ਫਿਰ ਕੀ ਕਰੇ, ਦੀਵੇ ਤੋਂ ਦੀਵਾ ਬਾਲਦਾ ਜਾਵੇ। ਇੱਕ ਦੀਵੇ ਤੋਂ ਦੂਜਾ, ਦੂਜੇ ਤੋਂ ਤੀਜਾ, ਇੱਕ ਦੀਵਾ ਕੇ ਹਜ਼ਾਰਾਂ ਦੀਵਿਆਂ ਨੂੰ ਬਾਲ ਸਕਦਾ ਹੈ। ਸੋ ਇਸ ਤਰ੍ਹਾਂ ਕੀ ਕਰੇ, ਉਹਦਾ ਜਨਮ ਸਕਾਰਥਾ ਹੈ। ਗੁਰ ਭਾਈ ਸੰਤੁਸ਼ਟ ਕਰ, ਚਰਨਾ ਮਿੱਤ ਲੈ ਮੁਖ ਪਵੇਹੀ। ਗੁਰ ਭਾਈਆਂ ਨੂੰ ਸੰਤੁਸ਼ਟ ਕਰਕੇ, ਭਾਵ ਕਿ ਉਹਨਾਂ ਨੂੰ ਸੇਵਾ ਦੇ ਦੁਆਰਾ ਸੰਤੁਸ਼ਟ ਕਰੇ, ਉਹਨਾਂ ਦੀ ਟਹਿਲ ਖਿਦਮਤ ਕਰਕੇ, ਉਹਨਾਂ ਤੋਂ ਬਾਣੀ ਸੁਣ ਕੇ, ਬਾਣੀ ਸੁਣਾ ਕੇ, ਉਹਨਾਂ ਦੀ ਮਦਦ ਕਰਕੇ, ਉਹਨਾਂ ਨਾਲ ਪ੍ਰੇਮ ਕਰਕੇ ਉਹਨਾਂ ਨੂੰ ਸੰਤੁਸ਼ਟ ਕਰੇ। ਕਿਉਂਕਿ ਸਮੁੱਚਾ ਗੁਰੂ ਕਾ ਪੰਥ ਜਿਹੜਾ ਉਹ ਆਪਸ ਦੇ ਵਿੱਚ ਗੁਰ ਭਾਈ ਹਨ, ਜਿਹਨੂੰ ਸਾਹਿਬ ਨੇ ਬਾਣੀ ਅੰਦਰ ਸਾਨੂੰ ਇੰਝ ਵੀ ਸਿਖਾਇਆ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਕਿ ਆਪਸ ਦੇ ਵਿੱਚ ਇਕੱਤਰ ਹੋ ਕਰਕੇ ਬੈਠੋ। ਜਿਹਨੂੰ ਇੰਝ ਵੀ ਬਚਨ ਪੜ੍ਹਦੇ, ਗੁਰ ਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਿੱਖਾਂ ਦਾ ਆਪਸ ਵਿੱਚ ਇੱਕੋ ਜਿਹਾ ਪਿਆਰ ਹੈ, ਕਦੀ ਵੱਡੇ ਛੋਟੇ ਵਾਲਾ ਫਰਕ ਨਹੀਂ ਹੁੰਦਾ ਗੁਰਸਿੱਖਾਂ ਗੁਰਮੁਖਾਂ ਦੇ ਵਿੱਚ। ਗੁਰਸਿੱਖਾਂ ਇੱਕੋ ਪਿਆਰ, ਕੈਸਾ, ਗੁਰਮਿੱਤਾਂ ਪੁੱਤਾਂ ਭਾਈਆਂ, ਇਸ ਤਰ੍ਹਾਂ ਦਾ ਪਿਆਰ ਹੈ ਗੁਰੂ ਕੇ ਪੰਥ ਅੰਦਰ ਹੋਵੇ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ, ਗੁਰ ਭਾਈ ਸੰਤੁਸ਼ਟ ਕਰ। ਗੁਰਸਿੱਖ ਪੁਰਾਤਨ ਜਦੋਂ ਉਹਨਾਂ ਦੇ ਜੀਵਨ ਪੜ੍ਹੀਏ ਤਾਂ ਭਾਈ ਸਾਹਿਬ ਅੱਗੇ ਵਾਰਾਂ 'ਚ ਇੱਕ ਜ਼ਿਕਰ ਕਰਦੇ, ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ। ਸੇਵਾ ਕਰਦੇ ਪਏ ਸੀ, ਹੋਰ ਗੁਰਸਿੱਖ ਆ ਗਿਆ ਤੇ ਉਹਨੂੰ ਬੜੇ ਪਿਆਰ ਦੇ ਨਾਲ ਆਪਣੇ ਨਾਲ ਸੇਵਾ ਵਿੱਚ ਲਾ ਲਿਆ, ਉਹਨੂੰ ਦੁਰਕਾਰਿਆ, ਧੱਕੇ ਨਹੀਂ ਮਾਰੇ ਵੀ ਇਹ ਸੇਵਾ ਤੇ ਅਸੀਂ ਕਰ ਸਕਾਂਗੇ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਤੱਪੜ ਝਾੜ ਵਿਛਾਏ ਧੂੜੀ ਨਾਇਆ। ਫਿਰ ਕੀ ਕੀਤਾ, ਕੋਰੇ ਮੱਟ ਅਣਾਏ ਨੀਰ ਭਰਾਇਆ, ਆਨ ਮਹਾ ਪ੍ਰਸ਼ਾਦ ਸੰਗਤ ਵਰਤਾਇਆ। ਸੋ ਇਸ ਤਰ੍ਹਾਂ ਗੁਰਸਿੱਖ ਜਿਹੜੇ ਉਹ ਸੰਗਤ ਦੇ ਵਿੱਚ ਸੇਵਾ ਕਰਦੇ ਨੇ। ਸੋ ਇੱਥੇ ਜ਼ਿਕਰ ਕਰਦੇ ਨੇ ਕਿ ਗੁਰ ਭਾਈ ਸੰਤੁਸ਼ਟ ਕਰ, ਆਪਣੇ ਗੁਰ ਭਾਈਆਂ ਨੂੰ ਸੇਵਾ ਦੇ ਦੁਆਰਾ ਉਹਨਾਂ ਨੂੰ ਸੰਤੁਸ਼ਟ ਕਰਕੇ, ਬਾਣੀ ਪੜ੍ਹ ਕੇ, ਉਹਨਾਂ ਨੂੰ ਸੁਣਾ ਕੇ, ਉਹਨਾਂ ਦੀ ਸੇਵਾ ਕਰਕੇ ਚਰਨਾ ਅੰਮ੍ਰਿਤ ਲੈ ਮੁਖ ਪਵੇਹੀ। ਧੰਨ ਗੁਰ ਕਲਗੀਧਰ ਪਾਤਸ਼ਾਹ ਤੱਕ ਜੋ ਸਿੱਖ ਪੰਥ ਦੀ ਮਰਿਆਦਾ ਸੀ ਕਿ ਗੁਰੂ ਸਾਹਿਬ ਜੀ ਦਾ ਚਰਨਾ ਅੰਮ੍ਰਿਤ ਲਿਆ ਜਾਂਦਾ ਸੀਗਾ। ਫਿਰ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਬਖਸ਼ਿਸ਼ ਕੀਤੀ। ਸੋ ਉਸ ਤੋਂ ਪਹਿਲਾਂ ਚਰਨਾ ਅੰਮ੍ਰਿਤ ਲਿਆ ਜਾਂਦਾ ਸੀ। ਤੇ ਕਮਾਈ ਵਾਲੇ, ਪਿਆਰ ਵਾਲੇ ਜਿਹੜੇ ਸਿੱਖ ਸਨ ਨਾ, ਉਹ ਜਿੱਥੇ ਗੁਰੂ ਕੀ ਸੰਗਤ ਇਕੱਠੀ ਹੁੰਦੀ ਸੀ, ਜਿੱਥੇ ਗੁਰੂ ਕੇ ਸਿੱਖ ਜਿਹੜੇ ਨੇ ਚਰਨ ਧੋ ਕੇ ਗੁਰੂ ਕੇ ਦਰਬਾਰ 'ਚ ਜਾਇਆ ਕਰਦੇ ਸੀ, ਉਹਨੂੰ ਵੀ ਬੜੇ ਪਿਆਰ ਦੇ ਨਾਲ ਉਸ ਚਰਨਾ ਅੰਮ੍ਰਿਤ ਨੂੰ ਭਾਵਨਾ ਦੇ ਨਾਲ ਛਕ ਲੈਂਦੇ ਸੀ। ਸੋ ਖੈਰ ਬਾਅਦ ਵਿੱਚ ਸਤਿਗੁਰਾਂ ਨੇ ਜਦੋਂ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕਰ ਦਿੱਤੀ ਹੈ ਤਾਂ ਫਿਰ ਉਸ ਤੋਂ ਬਾਅਦ ਇਹ ਚਰਨਾ ਅੰਮ੍ਰਿਤ ਪਾਹੁਲ ਜਿਹੜੀ ਹੈ ਉਹ ਖੰਡੇ ਬਾਟੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਈ ਹੈ। ਪਰ ਭਾਈ ਸਾਹਿਬ ਜੀ ਇੱਥੇ ਪੁਰਾਤਨ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਕਿ ਉਹ ਫਿਰ ਭਾਵਨਾ ਦੇ ਨਾਲ ਚਰਨਾ ਅੰਮ੍ਰਿਤ ਜਿਹੜਾ ਸੀ ਗੁਰੂ ਦਾ ਉਹ ਪਾਨ ਕਰਦੇ ਸਨ। ਫਿਰ ਗੁਰਸਿੱਖਾਂ ਦਾ ਚਰਨਾ ਅੰਮ੍ਰਿਤ ਕੀ ਹੈ, ਜਦੋਂ ਸਤ ਸੰਗਤ ਦੇ ਵਿੱਚ ਜੁੜਨਾ, ਸ਼ਬਦ ਜਿਹੜਾ ਹੈ, ਕਿਉਂਕਿ ਚਰਨਾ ਅੰਮ੍ਰਿਤ ਵੀ ਮੁਖ ਵਿੱਚ ਪਾਇਆ ਜਾਂਦਾ ਹੈ, ਤੇ ਗੁਰੂ ਕਾ ਸ਼ਬਦ ਜੋ ਚਰਨਾ ਅੰਮ੍ਰਿਤ ਦੀ ਨਿਆਈ ਹੈ ਉਹਨੂੰ ਆਪਣੇ ਮੁਖ ਦੇ ਵਿੱਚ ਪਾਉਂਦੇ ਨੇ, ਜਪਦੇ ਹਨ, ਪੜ੍ਹਦੇ ਹਨ। ਪੈਰੀ ਪਵਨ ਨਾ ਛੋਡੀ ਹੈ, ਕਲੀ ਕਾਲ ਰਹਿ ਰਾਸ ਕਰੇਹੀ। ਭਾਵੇਂ ਇੱਕ ਸਿੱਟਾ ਇਸ ਪੌੜੀ ਦਾ ਇਹ ਕੱਢਦੇ ਨੇ ਅਖੀਰ ਤੇ ਕਿ ਪੈਰੀ ਪੈਣਾ ਜਿਹੜਾ ਇਹ ਕਦੀ ਨਾ ਛੱਡੀਏ, ਪੈਰੀ ਪਵਨ ਨਾ ਛੋਡੀਏ। ਕਲਯੁਗ ਦੇ ਸਮੇਂ ਦੇ ਅੰਦਰ, ਕਲੀ ਕਾਲ, ਇਸ ਕਲਯੁਗ ਦੇ ਸਮੇਂ ਦੇ ਅੰਦਰ ਰਹਿ ਰਾਸ ਕਰੇਹੀ। ਰਹਿਰਾਸ ਇੱਕ ਤਾਂ ਜੋ ਸ਼ਾਮ ਨੂੰ ਨਿਤਨੇਮ ਦੇ ਵਿੱਚ ਅਸੀਂ ਕਹਿੰਦੇ
ਵੀ ਸਾਡਾ ਸੋਦਰ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ। ਕਲਯੁਗ ਦੇ ਸਮੇਂ ਅੰਦਰ ਗੁਰਸਿੱਖ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਜੋ ਨਿਤਨੇਮ ਹੈ ਉਹਨੂੰ ਕਰਨਾ ਕਰੇ। ਫਿਰ ਰਹਿ ਰਾਸ ਉਹ ਸੱਚਾ ਰਾਹ, ਰਹਿ ਰਾਸ, ਰਾਸ ਦਾ ਅਰਥ ਫਿਰ ਰਾਸ਼ੀ ਪੂੰਜੀ, ਉਹ ਸੱਚੇ ਰਾਹ ਦੀ ਪੂੰਜੀ ਜਿਸ ਨੇ ਇਸ ਜਹਾਨ ਦੇ ਵਿੱਚ ਵੀ ਜਿਸ ਪੂੰਜੀ ਨੇ ਸਾਡੇ ਕੰਮ ਆਉਣਾ ਹੈ ਤੇ ਅਗਾਂਹ ਵੀ ਕੰਮ ਆਉਣਾ ਹੈ, ਜਿਹਨੂੰ ਸਾਹਿਬ ਕਹਿੰਦੇ ਵਣਜ ਕਰੋ ਵਣਜਾਰੇ ਹੋ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਉਹ ਸੱਚੇ ਰਾਹ ਦੀ ਪੂੰਜੀ ਜਿਹੜੀ ਹੈ ਕਰੇ ਹੀ ਇਸ ਕਲਯੁਗ ਦੇ ਵਿੱਚ ਇਕੱਠੀ ਕਰੇ। ਫਿਰ ਉਹ ਸੱਚਾ ਰਾਹ ਜਿਹੜਾ ਹੈ ਉਸ ਸੱਚੇ ਰਾਹ ਤੇ ਤੁਰਨਾ ਕਰੇ। ਆਪ ਤਰੇ ਗੁਰ ਸਿੱਖ ਤਰੇ ਹੀ। ਸੋ ਇਸ ਤਰ੍ਹਾਂ ਜਿਹੜੇ ਚੱਲਦੇ ਨੇ ਇਸ ਮਾਰਗ ਦੇ ਉੱਤੇ, ਉਹ ਗੁਰਮੁਖ ਪਿਆਰੇ ਆਪ ਵੀ ਤਰਦੇ ਨੇ ਤੇ ਬੇਅੰਤ ਗੁਰਸਿੱਖਾਂ ਨੂੰ ਤਾਰ ਲੈਂਦੇ ਨੇ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪ ਵੀ ਤਰਦੇ, ਹੋਰ ਵੀ ਬੇਅੰਤ ਗੁਰਸਿੱਖਾਂ ਨੂੰ ਤਾਰ ਦਿੰਦੇ। ਮੰਨੇ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭਿਖ। ਸੋ ਜਿਹੜਾ ਮੰਨ ਲੈਂਦਾ, ਮੰਨੈ ਤਰੈ ਤਾਰੇ ਗੁਰਸਿੱਖ, ਉਹ ਆਪ ਵੀ ਤਰਦਾ, ਬੇਅੰਤ ਗੁਰਸਿੱਖਾਂ ਨੂੰ ਤਾਰ ਵੀ ਦਿੰਦਾ ਹੈ। ਸੋ ਇਸ ਤਰ੍ਹਾਂ 3 ਪੌੜੀਆਂ ਉਪਰੰਤ ਚੌਥੀ ਪੌੜੀ ਵਿੱਚ ਕਿਰਪਾ ਕਰਦੇ ਨੇ। ਓੰਕਾਰ ਆਕਾਰ ਕਰ, ਏਕ ਕਵਾਓ ਪਸਾਓ ਪਸਾਰਾ। ਪੌੜੀ ਚੌਥੀ ਦੇ ਵਿੱਚ ਹੁਣ ਜ਼ਿਕਰ ਕਰਦੇ ਭਾਈ ਸਾਹਿਬ ਜੀ ਕਿ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਓੰਕਾਰ, ਉਹ ਜੋ ਪਰਮਾਤਮਾ ਹੈ ਉਹਨੇ ਆਕਾਰ ਕਰ। ਕਿਉਂਕਿ ਇਸ ਤੋਂ ਪਹਿਲਾਂ ਤੇ ਪਿਛਲੀ ਪੌੜੀ 'ਚ ਵੀ ਆਪਾਂ ਪੜ੍ਹਿਆ ਹੈ, ਪ੍ਰਥਮੈ ਸਾਸ ਨਾ ਮਾਸ, ਸਾਨੂੰ ਪਹਿਲਾਂ ਕੁਝ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਕੁਝ ਵੀ ਨਹੀਂ ਸੀ, ਕੇਵਲ ਹਨੇਰ ਸੀ। ਆਕਾਰ ਕਰ, ਉਸ ਪਰਮੇਸ਼ਰ ਨੇ ਆਕਾਰ ਕੀਤਾ ਤੇ ਕੀਤਾ ਕਿ ਏਕ ਕਵਾਓ ਪਸਾਓ ਪਸਾਰਾ। ਉਹਨੇ ਏਕ ਕਵਾਓ, ਆਪਣੇ ਇੱਕ ਬਚਨ ਤੋਂ, ਇੱਕ ਸ਼ਬਦ ਤੋਂ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਉਹਨੇ ਕੋ ਸ਼ਬਦ ਦੇ ਨਾਲ ਆ ਸ੍ਰਿਸ਼ਟੀ ਦਾ ਪਸਾਓ ਪਸਾਰਾ, ਜਿਹਨੂੰ ਭਾਈ ਸਾਹਿਬ ਕਹਿੰਦੇ ਸਾਰਾ ਪਸਾਰਾ ਜਿਹੜਾ ਉਹਨੇ ਪਸਾਰ ਦਿੱਤਾ। ਫਿਰ ਇਹਦੇ ਵਿੱਚ ਕੀ ਕੀਤਾ, 5 ਤੱਤ ਪ੍ਰਵਾਨ ਕਰ, ਘਟ ਘਟ ਅੰਦਰ ਤ੍ਰਿਭਵਨ ਸਾਰਾ। ਇਹ 5 ਤੱਤ ਜਿਹੜੇ ਨੇ ਇਹਨਾਂ ਨੂੰ ਪ੍ਰਵਾਨ ਕਰ। ਪ੍ਰਵਾਨ ਦਾ ਅਰਥ ਹੈ ਇਹਨਾਂ ਨੂੰ ਪ੍ਰਵੇਸ਼ ਕਰਕੇ, ਕਿਉਂਕਿ 5 ਤੱਤ ਵੀ ਤਾਂ ਉਹਨੇ ਹੀ ਸਾਜੇ ਸ੍ਰਿਸ਼ਟੀ ਦੇ ਅੰਦਰ। ਫਿਰ ਇਹਨਾਂ 5 ਤੱਤਾਂ ਨੂੰ ਪ੍ਰਮਾਣਿਕ ਕਰਕੇ। ਫਿਰ ਪ੍ਰਮਾਣ ਦਾ ਇੱਕ ਅਰਥ ਹੁੰਦਾ ਤੋਲ, ਅੰਦਾਜ਼ਾ। ਸਾਡੇ ਸਰੀਰ 'ਚ ਕੋਈ ਵੀ ਤੱਤ ਉਹਨੇ ਘੱਟ ਵੱਧ ਨਹੀਂ ਪਾਇਆ। ਜਦੋਂ ਇਹ ਕਿਤੇ ਘੱਟ ਵੱਧ ਹੁੰਦੇ ਨੇ ਤੇ ਉਦੋਂ ਮਨੁੱਖ ਰੋਗੀ ਹੋ ਜਾਂਦਾ। ਜਦੋਂ ਕਿਹਾ ਜਾਂਦਾ ਇਹਦੇ 'ਚ ਪਾਣੀ ਦੀ ਕਮੀ ਆ ਗਈ, ਸਰੀਰ 'ਚ ਪਾਣੀ ਪੀਓ ਜੀ ਵੱਧ ਤੋਂ ਵੱਧ। ਭਾਵ ਉਹਨੇ ਪ੍ਰਵਾਨ ਕਰਕੇ 5 ਤੱਤ, ਉਹਨੇ ਅੱਗ ਦਾ ਤੱਤ ਵੀ ਸਾਡੇ 'ਚ ਬਰਾਬਰ ਪਾਇਆ, ਮਿੱਟੀ ਦਾ ਤੱਤ ਵੀ ਬਰਾਬਰ ਪਾਇਆ, ਪਾਣੀ ਦਾ ਤੱਤ ਵੀ ਬਰਾਬਰ ਪਾਇਆ, ਹਵਾ ਵੀ ਸਰੀਰ 'ਚ ਬਰਾਬਰ ਹੈ। ਨਹੀਂ ਤੇ ਜਦੋਂ ਸਾਹ ਘਟਦਾ ਵੱਧਦਾ ਹੈ, ਆਪਾਂ ਕਿੰਨੇ ਸਾਹ ਫੁੱਲਦਾ ਹੈ, ਸਾਹ ਚੜ੍ਹਦਾ ਹੈ, ਇਹ ਉਸ ਤੱਤ ਦੀ ਕਮੀ ਹੋ ਜਾਂਦੀ ਹੈ। ਸੋ ਪ੍ਰਵਾਨ ਦਾ ਅਰਥ ਉਹਨੇ ਬਿਲਕੁਲ ਇਹ ਤੱਤ ਜਿਹੜੇ ਨੇ, ਇੱਕ ਤੱਤ ਦੂਜੇ ਦੇ ਉੱਤੇ ਬਲੀ ਨਾ ਹੋ ਜਾਵੇ, ਭਾਰੀ ਨਾ ਪੈ ਜਾਵੇ, ਇਸ ਕਰਕੇ ਇਹਨਾਂ ਨੂੰ ਬਰਾਬਰ ਦੀ ਤਾਕਤ ਦੇ ਕਰਕੇ ਸਾਡੇ ਸਰੀਰ 'ਚ ਉਹਨੇ ਜੜਿਆ ਹੈ। ਫਿਰ ਪ੍ਰਵਾਨ ਭਾਵ ਮਨਜ਼ੂਰ ਕਰਕੇ ਉਹਨੇ ਘਟ ਘਟ ਅੰਦਰ ਤ੍ਰਿਭਵਨ ਸਾਰਾ। ਇਹ ਸਾਰਾ ਤ੍ਰਿਭਵਨ ਜਿਹੜਾ 3 ਭਵਨ ਉਹਨੇ ਸਾਜੇ, ਤਿੰਨਾਂ ਸਾਰਿਆਂ ਦੇ ਅੰਦਰ ਘਟ ਘਟ ਅੰਦਰ, ਤਿੰਨੇ ਭਵਨਾਂ ਦੇ ਕਣ ਕਣ ਦੇ ਅੰਦਰ ਉਹ ਆਪਣਾ ਸਰੂਪ ਰੱਖ ਕਰਕੇ ਆਪਣੀ ਸੱਤਾ ਦੇ ਰਿਹਾ। ਇੱਕ ਇੱਕ ਕਣ ਦੇ ਅੰਦਰ ਉਹ ਪਰਮੇਸ਼ਰ ਜਿਹੜਾ ਟਿਕਿਆ ਹੈ। ਪਰ ਕਾਦਰ ਕਿਨੇ ਨਾ ਲਖਿਆ, ਕੁਦਰਤ ਸਾਜ ਕੀਆ ਅਵਤਾਰਾ। ਇਹ ਕਾਦਰ ਭਾਵ ਕਿ ਇਸ ਕੁਦਰਤ ਦਾ ਕਰਤਾ ਜਿਹੜਾ ਹੈ, ਕਿਨੇ ਨਾ ਲਖਿਆ, ਉਹਨੂੰ ਅੱਜ ਤੱਕ ਦੇਖਿਆ ਕਿਸੇ ਨੇ ਨਹੀਂ ਹੈ। ਉਹਨੂੰ ਸਰਗੁਣ ਸਰੂਪ ਅੰਦਰ ਤੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਅੰਦਰ ਦੇਖਿਆ ਸਿੱਖਾਂ ਨੇ। ਪਰ ਉਹ ਜਦੋਂ ਕਣ ਕਣ ਦੇ ਅੰਦਰ ਵਿਆਪਕ ਹੋ ਗਿਆ ਤਾਂ ਨਿਰਗੁਣ ਸਰੂਪ ਦੇ ਅੰਦਰ ਉਹਨੂੰ ਕਿਸੇ ਨੇ ਨਹੀਂ ਲਖਿਆ। ਕੁਦਰਤ ਸਾਜ ਕੀਆ ਅਵਤਾਰਾ। ਉਹਨੇ ਆ ਸਾਰੀ ਕੁਦਰਤ, ਆ ਮਾਇਆ ਬਣਾ ਕੇ ਤੇ ਆ ਸਾਰਾ ਅਵਤਾਰਾ, ਆ ਸਾਰਾ ਅਵਤਾਰ ਭਰਾ ਬ੍ਰਹਮਾਦਿਕ ਜਿਹੜੇ ਸਨ ਉਹ ਸਾਰੇ ਪੈਦਾ ਕੀਤੇ। ਬੜੇ ਬੜੇ ਅਵਤਾਰ ਉਹਨੇ ਆਪਣੇ ਚੋਂ ਪੈਦਾ ਕੀਤੇ। ਫਿਰ ਸਾਰੀ ਸ੍ਰਿਸ਼ਟੀ ਦਾ ਪਸਾਰਾ ਉਹਨੇ ਇੱਕ ਅਵਤਾਰ ਰੂਪ ਦੇ ਵਿੱਚ ਆਪਣੇ ਚੋਂ ਪੈਦਾ ਕੀਤਾ। ਇੱਕ ਦੂ ਕੁਦਰਤ ਲੱਖ ਕਰ, ਲੱਖ ਬੇਅੰਤ ਅਸੰਖ ਅਪਾਰਾ। ਫਿਰ ਇੱਕ ਮਾਇਆ ਤੋਂ ਉਹਨੇ ਆ ਕੁਦਰਤ ਦਾ ਪਸਾਰਾ ਜਿਹੜਾ ਉਹ ਲੱਖਾਂ ਕਰ ਦਿੱਤਾ। ਫਿਰ ਲੱਖਾਂ ਤੋਂ ਉਹਨੇ ਅਸੰਖ ਕਰ ਦਿੱਤਾ, ਅਸੰਖ ਤੋਂ ਬੇਅੰਤ ਕਰ ਦਿੱਤਾ, ਬੇਅੰਤ ਤੋਂ ਉਹਨੇ ਅਪਾਰ ਕਰ ਦਿੱਤਾ। ਸ੍ਰਿਸ਼ਟੀ ਦਾ ਕੋਈ ਪਾਰਾਵਾਰ ਨਹੀਂ ਆਉਂਦਾ। ਕਿਤਨਾ ਕੁ ਬੇਅੰਤ ਕਰ ਦਿੱਤਾ
ਤਾਂ ਭਾਈ ਸਾਹਿਬ ਕਹਿੰਦੇ ਰੋਮ ਰੋਮ ਵਿੱਚ ਰਖੇ ਓਨ, ਕਰ ਬ੍ਰਹਮੰਡ ਕਰੋੜ ਸੁਮਾਰਾ। ਆਪਣੇ ਇੱਕ ਇੱਕ ਰੋਮ ਵਿੱਚ ਉਹਨੇ ਕਰੋੜਾਂ ਦੀ ਗਿਣਤੀ ਵਿੱਚ ਬ੍ਰਹਮੰਡ ਜਿਹੜੇ ਉਹ ਰੱਖੇ ਹੋਏ ਹਨ। ਹੁਣ ਸਾਡੇ ਸਰੀਰ ਦੇ ਉੱਤੇ ਰੋਮਾਂ ਦੀ ਗਿਣਤੀ ਨਹੀਂ ਕਿੰਨੀ, ਤੇ ਪਰਮਾਤਮਾ ਦੀ ਵਿਆਖਿਆ ਕਰਨੀ ਤੇ ਬੜੀ ਕਠਿਨ ਹੋ ਜਾਏਗੀ। ਉਹਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾਂ ਬ੍ਰਹਮੰਡ ਸਮਾਏ ਪਏ ਨੇ। ਹੁਣ ਪਹਿਲਾਂ ਤੇ ਉਹਦੇ ਰੋਮਾਂ ਦੀ ਗਿਣਤੀ ਕਰਨੀ ਮੁਸ਼ਕਲ, ਫਿਰ ਇੱਕ ਰੋਮ ਦੇ ਵਿੱਚ ਕੋਈ 10 ਬ੍ਰਹਮੰਡ ਨਹੀਂ, ਕਰੋੜਾਂ ਬ੍ਰਹਮੰਡ ਉਹਨੇ ਇੱਕ ਇੱਕ ਰੋਮ ਦੇ ਵਿੱਚ ਰੱਖੇ ਨੇ। ਇਸ ਤਰ੍ਹਾਂ ਉਹਨੇ ਇਹ ਬ੍ਰਹਮੰਡ ਦਾ ਕਰੋੜ ਸੁਮਾਰਾ, ਬੇਸ਼ੁਮਾਰ, ਸੁਮਾਰ ਦਾ ਅਰਥ ਹੈ ਬੇਸ਼ੁਮਾਰ, ਕਰੋੜਾਂ ਤੋਂ ਵੀ ਪਰੇ ਬੇਸ਼ੁਮਾਰ ਇਹ ਬ੍ਰਹਮੰਡ ਦਾ ਪਸਾਰਾ ਕਰਕੇ ਆਪਣੇ ਰੋਮ ਵਿੱਚ ਟਿਕਾਇਆ। ਇਕਸ ਬ੍ਰਹਮੰਡ ਵਿੱਚ 10 ਕਰ ਅਵਤਾਰ ਉਤਾਰਾ। ਫਿਰ ਹਰ ਇੱਕ ਬ੍ਰਹਮੰਡ ਵਿੱਚ 10 ਅਵਤਾਰ ਕਰਕੇ ਉਹਨੇ ਸਾਜੇ ਹਨ। ਭਾਵ ਬੇਅੰਤ ਹੀ ਬ੍ਰਹਮੰਡ ਨੇ, ਤੇ ਬੇਅੰਤ ਹੀ ਬ੍ਰਹਮੰਡਾਂ ਦੇ ਅੰਦਰ ਬੇਅੰਤ ਹੀ ਅਵਤਾਰ ਹਨ। ਇੱਥੇ ਸਿਰਫ ਕਿਸੇ ਇੱਕ ਬ੍ਰਹਮਾ ਦੀ ਗੱਲ ਨਹੀਂ, ਕਿਸੇ ਇੱਕ ਕ੍ਰਿਸ਼ਨ ਦੀ ਗੱਲ ਨਹੀਂ। ਕਲਗੀਧਰ ਪਾਤਸ਼ਾਹ ਤੇ ਇੰਜ ਵੀ ਬਚਨ ਕਰਦੇ ਨੇ, ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਥੇ ਪਤਾ ਹੀ ਨਹੀਂ ਕਿੰਨੇ ਕੁ शिव जी होके तुर गए, कितने को कृष्ण होके तुर गए, कितने को रामचंद्र कृष्ण के अवतार भी अनेक है। सो गुरु नानक पातशाह भी कहते हैं कि किन्ने ब्रह्मा होए, किन्ने वेदां नूं रचन वाले हो गए, सो कितने कितने आकार जिहड़े ने इस धरती के उत्ते हो गए। सो भाई साहब जी कहते हैं कि उस एकस ब्रह्मांड विच उन्हें एक ब्रह्मांड दे विच 10 अवतार जिहड़े वो करके अपने एक रोम च करोड़ां ब्रह्मांड, फिर एक ब्रह्मांड विच उन्हें 10 अवतार करके ये जिहड़े हन साजना कीते। केते वेद व्यास कर कई कतेब मुहम्मद यारा, उन्हें कई वेद व्यास कीते। भाव अज तां असीं सृष्टि सिर्फ 4 वेदां की गल पढ़ते हैं, पर ये 4 वेदां तो पहला उन्हें कई बारे 4 वेद रचे हैं। फिर जो वेद व्यास है वो वेद व्यास पता ही नहीं कितने को वार, कोई अज एक वेद व्यास की गल नहीं है, इस तो पहला हज़ारां वेद व्यास हुए, हज़ारां वार ये वेद रचे गए, इन्हां दी व्याख्या करने वाले हुए। अते कई कतेब जो मुसलमानां दे ग्रंथ हैं, कतेब किताबां हैं, जां कतेब अंजीर तौरेत जबूर आदि जिहड़े हैं। फिर कहते मुहम्मद, ਜਦੋਂ केते शब्द ਸਾਰਿਆਂ ਨਾਲ ਜੋੜਾਂਗੇ ਤਾਂ केते मुहम्मद, ਇੱਥੇ ਇੱਕ ਮੁਹੰਮਦ ਨਹੀਂ, ਪਤਾ ਨਹੀਂ ਇਸ ਸ੍ਰਿਸ਼ਟੀ ਵਿੱਚ ਉਹਨੇ ਕਿੰਨੀ ਵਾਰ ਕਿੰਨੇ ਮੁਹੰਮਦ ਜਿਹੜੇ ਨੇ ਉਹ ਪੈਦਾ ਕਰ ਦਿੱਤੇ, ਇਸਲਾਮ ਦੇ ਜਨਮ ਦੇਣ ਵਾਲੇ। ਫਿਰ ਯਾਰਾ, ਉਸ ਮੁਹੰਮਦ ਸਾਹਿਬ ਜੀ ਦੇ ਯਾਰ, ਉਹਨਾਂ ਦੇ ਦੋਸਤ, ਉਹਨਾਂ ਦੇ ਮਿੱਤਰ, ਉਹਨਾਂ ਦੇ ਮੁਰੀਦ ਚੇਲੇ, ਪਤਾ ਹੀ ਨਹੀਂ ਇਸ ਬ੍ਰਹਮੰਡ ਅੰਦਰ ਕਿੰਨੇ ਬ੍ਰਹਮੰਡ, ਉਹਨਾਂ 'ਚ ਕਿੰਨੇ ਮੁਹੰਮਦ, ਕਿੰਨੇ ਵੇਦ ਵਿਆਸ, ਕਿੰਨੇ ਕਤੇਬ ਕੁਰਾਨ, ਅਤੇ ਕਿੰਨੇ ਉਸ ਮੁਹੰਮਦ ਦੇ ਨਾਲ ਦੇ ਉਹਦੇ ਯਾਰ ਸੱਜਣ ਮਿੱਤਰ ਹਨ। ਕੁਦਰਤ ਇੱਕ ਏਤਾ ਪਾਸਾਰਾ, ਅਖੀਰ ਕਹਿੰਦੇ ਨੇ ਬਸ ਇੱਕ ਕੁਦਰਤ ਇੱਕ ਹੀ ਹੈ, ਪਰ ਉਸ ਕਰਤਾ ਪਰਮੇਸ਼ਰ ਨੇ ਏਤਾ ਪਸਾਰਾ, ਇੰਨਾ ਵੱਡਾ ਜਿਹੜਾ ਹੈ ਇੱਕ ਕੁਦਰਤ ਤੋਂ, ਇੱਕ ਮਾਇਆ ਤੋਂ ਇੰਨਾ ਵੱਡਾ ਪਸਾਰਾ ਜਿਹੜਾ ਉਹਨੇ ਕੀਤਾ। ਭਾਵ ਫਿਰ ਕੁਦਰਤ ਦਾ ਅਰਥ ਉਹਨੇ ਆਪਣੀ ਆਸਾਰੀ ਸ਼ਕਤੀ, ਕਿਉਂਕਿ ਉਹ ਕਾਦਰ ਹੈ, ਕੁਦਰਤ ਦਾ ਮਾਲਕ ਹੈ, ਉਹਨੇ ਆਪਣੇ ਇੱਕ ਸ਼ਬਦ ਤੋਂ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇੱਕ ਸ਼ਬਦ ਤੋਂ ਨੇ ਆ ਸ੍ਰਿਸ਼ਟੀ ਦਾ ਸਾਰਾ ਪਸਾਰਾ ਕਰ ਦਿੱਤਾ। ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਆਉਂਦੀਆਂ ਨੇ, ਸੂਰਜ ਦੀਆਂ ਕਿਰਨਾਂ ਬਹੁਤ ਨੇ, 6 ਰੁੱਤਾਂ ਵੀ ਇਸ ਧਰਤੀ ਤੇ ਆਉਂਦੀਆਂ ਨੇ, ਸਮੇਂ ਤੇ ਮੌਸਮ ਬਦਲਦੇ ਨੇ, ਪਰ ਸੂਰਜ ਹਮੇਸ਼ਾ ਇੱਕ ਹੀ ਰਹਿੰਦਾ। ਸੋ ਬੜੇ ਲੋਕ ਧਰਤੀ ਤੇ ਆਏ ਚਲੇ ਗਏ, ਬੜਿਆਂ ਨੇ ਹਾਲੇ ਧਰਤੀ ਤੇ ਆਉਣਾ। ਇਸ ਕੁਦਰਤ ਦੇ ਵਿੱਚ ਹਰ ਖਿੰਨ ਨਵੇਂ ਤੋਂ ਨਵਾਂ ਰੂਪ ਬਦਲਦਾ, ਪਰ ਉਹ ਕਰਤਾ ਪਰਮੇਸ਼ਰ ਜਿਹੜਾ ਉਹ ਸਦਾ ਇੱਕ ਹੀ ਰਹਿੰਦਾ ਹੈ ਤੇ ਸਦਾ ਇੱਕ ਹੀ ਰਹੇਗਾ। ਸੋ ਇਹ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਦੀਆਂ 4 ਪੌੜੀਆਂ ਆਪਾਂ ਹੁਣ ਤੱਕ ਸਰਵਣ ਕੀਤੀਆਂ ਨੇ। ਸੋ ਅਗਲੀ 5ਵੀਂ ਪੌੜੀ ਆਪਾਂ ਕੱਲ ਦੇ ਦੀਵਾਨਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਸਾਹਿਬ ਜੀ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰੇ। ਕੀਤੇ ਵੇਦ ਵਿਆਸ ਕਰ कई कतेब मुहम्मद यारा, कुदरत एक एता पसारा। वाहिगुरु जी का खालसा, वाहिगुरु जी की फतेह।